stand in the broad and first in the narrow lane. How beautiful is the rain. How it clatters along the roof like the tramp of hooves. How it gushes and struggles out from the throat of the overflowing spout across the window pane. How beautiful is the it pours and pours and swift and wide with the muddy tide like a river down the gutter road. The rain, the welcome rain. ਹੈਲੋ ਸਟੂਡੈਂਟਸ, ਹਾਊ ਆਰ ਯੂ? ਮੈਨੂੰ ਪਤਾ ਗਰਮੀ ਬਹੁਤ ਵੱਧ ਰਹੀ ਹੈ ਤੇ ਸਾਰੇ ਜਣੇ ਇੱਕ ਚੀਜ਼ ਦੀ ਬਹੁਤ ਜ਼ਿਆਦਾ ਵੇਟ ਕਰ ਰਹੇ ਹੋਣਗੇ, ਉਹ ਹੈ ਰੇਨ। ਅਸੀਂ ਵੀ ਛੋਟੇ ਹੁੰਦੇ ਜਦੋਂ ਬਾਰਿਸ਼ ਹੋਣ ਵਾਲੀ ਹੋਣੀ, ਸਾਰਿਆਂ ਨੇ ਕੋਠੇ ਚੜ ਜਾਣਾ ਤੇ ਉੱਚੀ ਉੱਚੀ ਬੋਲਣਾ, ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ। ਤੇ ਕਿੰਨਾ ਹੀ ਮਜ਼ਾ ਆਉਂਦਾ ਸੀ ਰੇਨ ਦੇ ਆਉਣ ਤੋਂ ਪਹਿਲਾਂ ਵੀ ਤੇ ਉਸ ਤੋਂ ਬਾਅਦ ਵੀ, ਜੋ ਮੌਸਮ ਵਧੀਆ ਹੋ ਜਾਂਦਾ ਸੀ। ਸੋ ਇੱਥੇ ਵੀ ਜਿਹੜਾ ਪੋਇਟ ਹੈ ਉਸਨੇ ਬਹੁਤ ਸੋਹਣੀ ਇਹ ਪੋਇਮ ਲਿਖੀ। ਉਹਨੇ ਬੜੇ ਅਲੱਗ-ਅਲੱਗ ਐਂਗਲ ਤੋਂ ਰੇਨ ਬਾਰੇ ਦੱਸਿਆ ਕਿ ਮੈਨੂੰ ਰੇਨ ਬਿਊਟੀਫੁਲ ਕਿਉਂ ਲੱਗਦੀ ਹੈ, ਉਹਦੇ 'ਚ ਕੀ ਹੁੰਦਾ, ਉਹਦੀ ਆਵਾਜ਼ ਕਿਹੋ ਜਿਹੀ ਹੁੰਦੀ ਹੈ, ਰੇਨ ਬਿਊਟੀਫੁਲ ਕਿਉਂ ਹੈ। ਉਸਨੇ 15-20 ਸਟੈਂਜ਼ਾਸ ਵਿੱਚ ਉਹਦਾ ਵਰਣਨ ਕੀਤਾ ਹੈ ਕਿ ਇਸ ਤਰ੍ਹਾਂ ਬਿਊਟੀਫੁਲ ਹੈ। ਪਰ ਤੁਹਾਡੀ ਕਿਉਂਕਿ ਕਲਾਸ ਛੋਟੀ ਹੈ, 6th ਕਲਾਸ ਹੈ, ਇੱਥੇ ਸਿਰਫ 3 ਸਟੈਂਜ਼ਾਸ, ਠੀਕ ਹੈ, 3 ਸਟੈਂਜ਼ਾਸ ਦਿੱਤੇ ਗਏ ਨੇ ਤਾਂ ਕਿ ਤੁਹਾਨੂੰ ਪੜ੍ਹਨ ਵਿੱਚ ਸੌਖੀ ਲੱਗੇ ਤੇ ਤੁਸੀਂ ਇੰਨੇ ਵਿੱਚ ਹੀ ਉਹਨੂੰ ਇੰਜੋਏ ਕਰ ਸਕੋ। ਸੋ ਇੱਥੇ ਇੱਕ ਗੱਲ ਹੋਰ ਕਿ ਇਹ ਜੋ ਰੇਨ ਹੈ ਇਹ ਵਿੰਟਰ ਵਾਲੀ ਨਹੀਂ, ਇਹ ਸਮਰ ਵਾਲੀ ਰੇਨ ਹੈ। ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਠੀਕ ਹੈ, ਸੋ ਉਸ ਤੋਂ ਬਾਅਦ ਜਦੋਂ ਰੇਨ ਆਉਂਦੀ ਉਹਨੂੰ ਵੈਲਕਮ ਕੀਤਾ ਜਾਂਦਾ। ਸਰਦੀਆਂ ਵਿੱਚ ਤਾਂ ਪਹਿਲਾਂ ਹੀ ਇੰਨੀ ਠੰਡ ਹੁੰਦੀ ਹੈ ਤੇ ਉਸ ਤੋਂ ਉੱਤੋਂ ਰੇਨ ਆ ਜਾਏ ਤੇ ਉਹ ਕਈ ਬੰਦੇ ਉਸ ਨੂੰ ਵੈਲਕਮ ਨਹੀਂ ਵੀ ਕਰਦੇ। ਸੋ ਪੋਇਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਕਰਾਂਗੇ ਐਕਟੀਵਿਟੀ ਫਰਸਟ। ਉਹਦੇ ਵਿੱਚ ਅਸੀਂ 3 ਚੀਜ਼ਾਂ ਦੇਖਾਂਗੇ, ਇੱਕ ਤਾਂ ਵਰਡਸ ਦੇ ਮੀਨਿੰਗ, ਉਹਨਾਂ ਦੀ ਪ੍ਰੋਨਾਂਸੀਏਸ਼ਨ ਤੇ ਉਹਨਾਂ ਦੇ ਸਪੈਲਿੰਗਸ ਕੀ ਨੇ। ਠੀਕ, ਇਹ ਤਿੰਨੇ ਚੀਜ਼ਾਂ ਨੋਟ ਕਰਕੇ ਆਪਾਂ ਸਭ ਤੋਂ ਪਹਿਲਾਂ ਜਦੋਂ ਆਪਾਂ ਨੋਟਬੁੱਕ ਤੇ ਸ਼ੁਰੂ ਕਰਨੀ ਹੈ ਇਹ ਪੋਇਮ, ਤਾਂ ਸਭ ਤੋਂ ਪਹਿਲਾਂ ਇਹ ਵਾਲੇ ਵਰਡਸ ਉੱਥੇ ਲਿਖਣੇ ਨੇ, ਓਕੇ, ਤੇ ਇਹਨਾਂ ਦੇ ਮੀਨਿੰਗ। ਪਹਿਲਾ ਫਾਇਰੀ, ਫਾਇਰੀ ਹੁੰਦਾ ਗਰਮ ਤੇਜ਼ ਧੁੱਪ, ਓਕੇ, ਤਿੱਖੀ ਧੁੱਪ, ਸਾੜਨ ਵਾਲੀ ਧੁੱਪ। ਲੇਨ, ਲੇਨ ਹੁੰਦਾ ਕੂਚਾ ਯਾਨੀ ਪਤਲੀ ਗਲੀ। ਕਲਟਰ ਯਾਨੀ ਟਿਪ ਟਿਪ ਦੀ ਆਵਾਜ਼। ਗਸ਼ਿਜ਼, ਇਹਦੇ 2 ਮਤਲਬ ਹੋ ਸਕਦੇ, ਵਰਣਨ ਕਰਨਾ ਤੇ ਦੂਸਰਾ ਤੇਜ਼ ਮੂਸਲਾਧਾਰ ਬਾਰਿਸ਼। ਟ੍ਰੈਂਪ, ਟ੍ਰੈਂਪ ਹੁੰਦਾ ਘੋੜੇ ਦੀ ਟਾਪ, ਪਸ਼ੂ ਦੇ ਚੱਲਣ ਦੀ ਆਵਾਜ਼। ਹੂਫਸ, ਹੂਫਸ ਹੁੰਦੇ ਆ ਪਸ਼ੂ ਦੇ ਪੈਰ ਦੇ ਤਲੇ, ਜਿਹਨੂੰ ਆਪਾਂ ਖੁਰ ਵੀ ਕਹਿੰਦੇ ਆ, ਖੁਰ। ਸੋ ਆਓ ਅਸੀਂ ਇੱਥੇ ਪੜ੍ਹਦੇ ਹਾਂ ਕਿ ਪੋਇਟ ਨੇ ਰੇਨ ਬਾਰੇ ਕਿੰਨਾ ਸੋਹਣਾ ਵਰਣਨ ਕਿਸ ਤਰ੍ਹਾਂ ਕੀਤਾ ਹੈ। ਸਟਾਰਟ। ਹਾਊ ਬਿਊਟੀਫੁਲ ਇਜ਼ ਦ ਰੇਨ, ਕਿ ਦੇਖੋ ਰੇਨ ਕਿੰਨੀ ਸੋਹਣੀ ਹੈ, ਬਾਰਿਸ਼ ਕਿੰਨੀ ਸੋਹਣੀ ਹੈ। ਅੱਛਾ ਜੀ, ਸੋਹਣੀ ਹੈ ਕਿੱਦਾਂ? ਆਫਟਰ ਦ ਡਸਟ ਐਂਡ ਹੀਟ, ਦੇਖੋ ਕਿੰਨੀ ਸਾਰੀ ਡਸਟ ਉੱਡਦੀ ਪਈ ਸੀ, ਕਿੰਨੀ ਸਾਰੀ ਹੀਟ ਸੀ, ਗਰਮੀ ਕਿੰਨੀ ਸੀ ਦੇਖੋ। ਇਨ ਦ ਬ੍ਰੋਡ ਐਂਡ ਫਾਇਰੀ ਸਟਰੀਟ ਇਨ ਦ ਨੈਰੋ ਲੇਨ, ਦੇਖੋ ਚਾਹੇ ਬ੍ਰੋਡ ਸਟਰੀਟ ਹੋਵੇ, ਚੌੜੀ ਗਲੀ ਹੋਵੇ, ਚਾਹੇ ਫਾਇਰੀ ਯਾਨੀ ਤਪਦੀਆਂ ਗਲੀਆਂ ਹੋਣ, ਤੇ ਚਾਹੇ ਇਨ ਦਾ ਨੈਰੋ, ਨੈਰੋ ਹੁੰਦਾ ਤੰਗ, ਚਾਹੇ ਤੰਗ ਗਲੀਆਂ ਹੋਣ, ਉਹਨਾਂ ਸਭ ਜਗ੍ਹਾ ਤੇ ਹਾਊ ਬਿਊਟੀਫੁਲ ਇਜ਼ ਦਾ ਰੇਨ, ਕਿ ਹਰ ਜਗ੍ਹਾ ਤੇ ਰੇਨ ਦਾ ਵੈਲਕਮ ਕੀਤਾ ਜਾਂਦਾ ਹੈ, ਚਾਹੇ ਉਹ ਤੰਗ ਗਲੀ ਤੇ ਪਵੇ ਰੇਨ, ਚਾਹੇ ਚੌੜੀ ਤੇ ਚਾਹੇ ਤਪਦੀ ਹੋਈ ਗਲੀ ਤੇ ਪਵੇ, ਉਹ ਹਰ ਜਗ੍ਹਾ ਤੇ ਰੇਨ ਕਿੰਨੀ ਸੋਹਣੀ ਲੱਗਦੀ ਹੈ। ਦੂਸਰਾ ਸਟੈਂਜ਼ਾ, ਹਾਊ ਇਟ ਕਲੈਟਰਸ ਅਲੋਂਗ ਦ ਰੂਫਸ,
ਕਲੈਟਰਸ ਹੁੰਦਾ ਖਟਖਟਾਣਾ, ਦਸਤਕ ਦੇਣੀ ਜਾਂ ਥਪਥਪਾਣਾ, ਇਹੋ ਜਿਹੀਆਂ ਆਵਾਜ਼ਾਂ, ਠੀਕ ਹੈ, ਉਹਨੂੰ ਕਹਿੰਦੇ ਨੇ ਕਲੈਟਰ ਸਾਊਂਡ। ਓਕੇ, ਯਾਨੀ ਬਿਲਕੁਲ ਸੇਮ ਇਹੋ ਜੀ ਆਵਾਜ਼ ਖਟਖਟਾਉਣ ਦੀ ਕੌਣ ਪੈਦਾ ਕਰਦਾ ਹੈ? ਜਦੋਂ ਰੂਫ ਦੇ ਉੱਤੇ, ਛੱਤ ਦੇ ਉੱਤੇ ਬਾਰਿਸ਼ ਦੀਆਂ ਬੂੰਦਾਂ ਲਗਾਤਾਰ ਗਿਰਦੀਆਂ ਹਨ ਤਾਂ ਇਦਾਂ ਲੱਗਦਾ ਕਿ ਜਿੱਦਾਂ ਕੋਈ ਛੱਤ ਤੇ ਨੋਕ ਕਰ ਰਿਹਾ, ਖਟਖਟਾ ਰਿਹਾ ਹੈ। ਓਕੇ, ਹਾਊ ਇਟ ਕਲੈਟਰਸ ਅਲੋਂਗ ਦਾ ਰੂਫ। ਸੋ ਪੋਇਟ ਇੱਥੇ ਕਹਿੰਦਾ ਕਿ ਦੇਖੋ ਕਿੰਨੀ ਸੋਹਣੀ ਆਵਾਜ਼ ਲੱਗਦੀ ਹੈ ਜਦੋਂ ਬਾਰਿਸ਼ ਦੀਆਂ ਬੂੰਦਾਂ ਛੱਤ ਨੂੰ ਇਸ ਤਰ੍ਹਾਂ ਖਟਖਟਾਉਂਦੀਆਂ ਹਨ। ਲਾਈਕ ਦਾ ਟ੍ਰੈਂਪ ਆਫ ਹੂਫਸ। ਇਹ ਆਵਾਜ਼ ਕਿੱਦਾਂ ਦੀ? ਜਿੱਦਾਂ ਘੋੜੇ ਦੇ ਪੈਰਾਂ ਦੀ ਆਵਾਜ਼ ਹੁੰਦੀ ਹੈ। ਟ੍ਰੈਂਪ ਹੁੰਦੇ ਆ ਟਾਪ, ਘੋੜੇ ਦੀਆਂ ਟਾਪਾਂ ਹੁੰਦੀਆਂ ਨਾ। ਹੂਫਸ ਹੁੰਦੇ ਨੇ ਉਸ ਜਾਨਵਰ ਦੇ ਪੈਰ ਦਾ ਤਲਾ। ਹਾਊ ਇਟ ਗਸ਼ਿਜ਼ ਐਂਡ ਸਟਰਗਲਸ ਆਊਟ। ਹੁਣ ਗਸ਼ਿਜ਼ ਦਾ ਮਤਲਬ ਕਹਿਣਾ ਵੀ ਹੁੰਦਾ, ਵਰਣਨ ਕਰਨਾ ਵੀ ਹੁੰਦਾ, ਤੇ ਦੂਸਰਾ ਦਾ ਮਤਲਬ ਹੁੰਦਾ ਮੂਸਲਾਧਾਰ ਬਾਰਿਸ਼ ਕਰਨੀ, ਠੀਕ ਹੈ। ਸੋ ਹਾਊ ਇਟ ਗਸ਼ਿਜ਼, ਦੇਖੋ ਕਿਵੇਂ ਇੰਨੀ ਤੇਜ਼ ਮੂਸਲਾਧਾਰ ਬਾਰਿਸ਼ ਕਰ ਰਹੀ ਹੈ। ਸੋ ਮੂਸਲਾਧਾਰ ਬਾਰਿਸ਼ ਦਾ ਮਤਲਬ ਕੀ ਹੋਇਆ? ਤੇਜ਼ ਬਾਰਿਸ਼। ਦੇਖੋ ਕਿੰਨਾ ਸੋਹਣਾ ਲੱਗਦਾ ਕਿ ਕਿੱਦਾਂ ਇਹ ਇੰਨੀ ਤੇਜ਼ ਬਾਰਿਸ਼ ਕਰਦੀ ਹੈ। ਐਂਡ ਸਟਰਗਲਸ ਆਊਟ, ਇਹ ਵੀ ਕਿੰਨਾ ਸੋਹਣਾ ਲੱਗਦਾ ਹੈ ਕਿ ਇਹ ਸਟਰਗਲ ਕਰ ਰਹੀ ਹੈ, ਮਿਹਨਤ ਮੁਸ਼ੱਕਤ ਕਰ ਰਹੀ ਹੈ। ਰੇਨ ਮਿਹਨਤ ਮੁਸ਼ੱਕਤ, ਰੇਨ ਮਿਹਨਤ ਮੁਸ਼ੱਕਤ ਕਿਸ ਤਰ੍ਹਾਂ ਕਰ ਰਹੀ ਹੈ? ਫਰੋਮ ਦਾ ਥ੍ਰੋਟ ਆਫ ਦਾ ਓਵਰਫਲੋਇੰਗ ਸਪਾਊਟ। ਯੈਸ, ਤੇ ਦੇਖੋ ਉਸ ਇਕੱਠੀਆਂ ਹੋਈਆਂ ਬਾਰਿਸ਼ ਦੀਆਂ ਬੂੰਦਾਂ ਨੂੰ ਜੋ ਕਿ ਹੁਣ ਇੱਕ ਖੜੇ ਪਾਣੀ ਦਾ ਰੂਪ ਲੈ ਚੁੱਕੀਆਂ ਹਨ, ਉਹ ਸਾਰੇ ਪਾਣੀ ਨੂੰ ਉਸ ਪਤਲੇ ਪਰਨਾਲੇ ਦੇ ਗਲੇ ਵਿੱਚੋਂ, ਓਕੇ, ਯਾਨੀ ਪਤਲਾ ਹੁੰਦਾ ਨਾ ਪਰਨਾਲਾ, ਸੋ ਉਸ ਪਤਲੇ ਪਰਨਾਲੇ ਦੀ ਜਗ੍ਹਾ ਦੇ ਵਿੱਚੋਂ, ਉਹਦੇ ਗਲੇ ਦੇ ਵਿੱਚੋਂ ਨਿਕਲਣ ਲਈ ਕਿੰਨੀ ਮਿਹਨਤ ਮੁਸ਼ੱਕਤ ਕਰਨੀ ਪੈ ਰਹੀ ਹੈ। ਨੈਕਸਟ ਸਟੈਂਜ਼ਾ, ਅਕ੍ਰੋਸ ਦ ਵਿੰਡੋ ਪੇਨ। ਹੁਣ ਵਿੰਡੋ ਪੇਨ ਦੇ ਅਕ੍ਰੋਸ ਅਸੀਂ ਦੇਖਦੇ ਹਾਂ, ਆਰ ਪਾਰ ਦੇਖਦੇ ਹਾਂ, ਇਟ ਪੋਰਸ ਐਂਡ ਪੋਰਸ, ਕਿ ਇਹ ਬਾਰਿਸ਼ ਹੋਈ ਜਾ ਰਹੀ ਹੈ, ਹੋਈ ਜਾ ਰਹੀ ਹੈ। ਐਂਡ ਸਵਿਫਟ ਐਂਡ ਵਾਈਡ, ਅਤੇ ਦੇਖੋ ਕਿੰਨੀ ਤੇਜ਼ ਅਤੇ ਕਿੰਨੀਆਂ ਮੋਟੀਆਂ-ਮੋਟੀਆਂ ਬੂੰਦਾਂ ਇਹਦੀਆਂ ਜਿਹੜੀਆਂ ਪੈ ਰਹੀਆਂ ਹਨ। ਓਕੇ, ਹੋਰ ਤੇਜ਼ ਹੋਈ ਜਾ ਰਹੀ ਹੈ, ਹੋਰ ਇਹ ਵਿਸ਼ਾਲ ਹੋਈ ਜਾ ਰਹੀ ਹੈ। ਵਿਦ ਅ ਮਡੀ ਟਾਈਡ, ਹੁਣ ਦੇਖੋ ਗਲੀਆਂ ਦੇ ਵਿੱਚ ਕੀ ਹੋਇਆ ਕਿ ਪਾਣੀ ਖੜਾ ਹੋਣਾ ਸ਼ੁਰੂ ਹੋ ਗਿਆ ਤੇ ਪਾਣੀ ਨਾਲ ਗਲੀਆਂ ਭਰ ਗਈਆਂ, ਪਰ ਉਹ ਪਾਣੀ ਸਾਫ਼ ਹੈ? ਨਹੀਂ, ਮਡੀ ਯਾਨੀ ਮੈਲਾ ਪਾਣੀ, ਮਿੱਟੀ ਨਾਲ ਭਰਿਆ ਹੋਇਆ। ਟਾਈਡ ਹੁੰਦੀਆਂ ਲਹਿਰਾਂ, ਤੇ ਉਹਦੇ ਵਿੱਚ ਲਹਿਰਾਂ ਬਣ ਰਹੀਆਂ ਨੇ, ਠੀਕ, ਜਿੱਦਾਂ ਕੋਈ ਬੱਸ ਨਿਕਲਦੀ ਹੈ, ਕੋਈ ਸਕੂਟਰ ਮੋਟਰਸਾਈਕਲ ਨਿਕਲਦਾ, ਦੇਖਦੇ ਹੋ ਨਾ ਲਹਿਰਾਂ ਕਿੱਦਾਂ ਬਣਦੀਆਂ। ਸੋ ਉਹਦੀ ਗੱਲ ਕੀਤੀ ਜਾ ਰਹੀ ਹੈ। ਤੇ ਉਸ ਤੋਂ ਬਾਅਦ ਕੀ ਹੁੰਦਾ? ਉਹ ਵਾਲਾ ਪਾਣੀ ਜਦੋਂ ਉਹਦਾ ਨਿਕਾਸ ਵੀ ਤਾਂ ਕਿਤੇ ਕਰਨਾ, ਓਕੇ, ਪਾਣੀ ਤਾਂ ਖੜਾ ਰਹਿ ਜਾਏਗਾ। ਤੇ ਫਿਰ ਕੀ ਹੁੰਦਾ? ਲਾਈਕ ਅ ਰਿਵਰ ਡਾਊਨ ਦ ਗਟਰ ਰੋਜ਼, ਤੇ ਇਹੋ ਜੀ ਆਵਾਜ਼ ਆਉਂਦੀ ਹੈ ਕਿ ਜਿੱਦਾਂ ਕੋਈ ਰਿਵਰ ਗਟਰ ਦੇ ਵਿੱਚ ਗਿਰਦੀ ਹੈ ਤੇ ਆਵਾਜ਼ ਆਉਂਦੀ ਨਾ, ਕਿੱਦਾਂ ਜਿੱਦਾਂ ਸ਼ੇਰ ਗੁਰਰਾਉਂਦਾ, ਉਸ ਤਰ੍ਹਾਂ ਦੀ ਸਾਊਂਡ ਵੀ ਸਾਨੂੰ ਸੁਣਨ ਨੂੰ ਮਿਲਦੀ ਹੈ ਜਦੋਂ ਇੰਨੀ ਤੇਜ਼ ਬਾਰਿਸ਼ ਆਉਂਦੀ ਹੈ, ਜਦੋਂ ਪਾਣੀ ਖੜ ਜਾਂਦਾ ਹੈ ਗਲੀਆਂ ਵਿੱਚ, ਤੇ ਉਦੋਂ ਜਦੋਂ ਨਿਕਲਦਾ ਹੈ ਤੇ ਇਸ ਤਰ੍ਹਾਂ ਦੀ ਆਵਾਜ਼ ਸਾਨੂੰ ਆਉਂਦੀ ਹੈ। ਸੋ ਇਹ ਕੁਝ ਆਸਪੈਕਟ ਰੇਨ ਦੇ ਪੋਇਟ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਇੱਥੇ ਬਿਆਨ ਕੀਤੇ ਹਨ। ਲਾਸਟ ਲਾਈਨ, ਦ ਰੇਨ ਦਾ ਵੈਲਕਮ ਰੇਨ, ਕਿ ਬਾਰਿਸ਼ ਤੁਹਾਡਾ ਸਵਾਗਤ ਹੈ, ਤੁਸੀਂ ਸੱਚਮੁੱਚ ਹੀ ਇੱਕ ਸਵਾਗਤ ਕੀਤੀ ਜਾਣ ਵਾਲੀ ਰੇਨ ਹੋ। ਸੋ ਇਹਦੇ ਪੋਇਟ ਹਨ H.W. Longfellow। ਇੱਕ ਗੱਲ ਬੜੀ ਹਾਸੋਹੀਣੀ ਹੋ ਜਾਂਦੀ ਹੈ। ਹਾਸੋਹੀਣੀ ਯਾਨੀ ਜਿਹਨੂੰ ਸੁਣ ਕੇ ਹਾਸਾ ਆਵੇ। ਉਹ ਇਹ ਕਿ ਜਦੋਂ ਵੀ ਕੋਈ ਉਹਨੂੰ ਐਕਸਪਲੇਨ ਕਰਦਾ ਹੈ ਤੇ ਉਹ ਆਪਣੀ ਸੋਚਣੀ ਦੇ ਨਾਲ, ਆਪਣੀ ਸਮਝ ਦੇ ਨਾਲ ਉਹਨੂੰ ਆਪਣੇ ਤਰੀਕੇ ਨਾਲ ਐਕਸਪਲੇਨ ਕਰ ਦਿੰਦਾ ਹੈ। ਸੋ ਇਹਦੀ ਐਕਸਪਲੇਨੇਸ਼ਨ ਕਈ ਤਰੀਕਿਆਂ ਨਾਲ ਹੋ ਜਾਂਦੀ ਹੈ, ਕਈ ਤਰੀਕੇ ਨਾਲ ਇਹਦੇ ਮੀਨਿੰਗ ਨਿਕਲ ਜਾਂਦੇ ਨੇ। ਸੋ ਜਿਹਨੇ ਲਿਖਿਆ ਹੁੰਦਾ ਕਈ ਵਾਰ ਉਹਦੇ ਦਿਮਾਗ ਵਿੱਚ ਹੀ ਉਹ ਮੀਨਿੰਗ ਨਹੀਂ ਆਉਂਦੇ ਜਿਹੜਾ ਇੱਕ ਰੀਡਰ ਉਸ ਦੇ ਮੀਨਿੰਗ ਕੱਢ ਸਕਦਾ ਹੈ। ਸੋ ਮੈਨੂੰ ਇੱਥੇ ਇੱਕ ਗੱਲ ਯਾਦ ਆਈ, ਸਿਰਫ 1 ਮਿੰਟ ਤੁਹਾਡਾ ਮੈਂ ਵੇਸਟ ਕਰਾਂਗਾ, ਪਰ ਬੜੀ ਇੰਟਰਸਟਿੰਗ ਗੱਲ ਹੈ। ਇੱਕ ਵਾਰ ਕੀ ਹੋਇਆ ਕਿ ਸੁਰਜੀਤ ਪਾਤਰ ਜੀ ਦਾ ਬੇਟਾ ਮਨਰਾਜ ਪਾਤਰ ਗੁਰੂ ਨਾਨਕ ਪਬਲਿਕ ਸਕੂਲ ਪੜ੍ਹਦਾ ਸੀ, ਤੇ ਸੁਰਜੀਤ ਪਾਤਰ ਜੀ ਇੰਨੇ ਅੱਛੇ ਪੰਜਾਬੀ ਦੇ ਪੋਇਟ, ਓਕੇ, ਤੇ ਉਹਨਾਂ ਦੇ ਬੱਚੇ ਦੇ ਸਕੂਲ ਵਿੱਚ ਉਹਨਾਂ ਦੀ ਹੀ ਪੋਇਮ ਪੰਜਾਬੀ ਦੀ ਟੈਕਸਟ ਬੁੱਕ ਵਿੱਚ ਹੈਗੀ ਸੀ, ਸੁਰਜੀਤ ਪਾਤਰ ਜੀ ਦੀ ਪੋਇਮ। ਹੁਣ ਪੰਜਾਬੀ ਵਾਲੇ ਮੈਡਮ ਨਵੇਂ ਆਏ ਸੀ ਉਸ ਸਕੂਲ ਵਿੱਚ, ਉਹਨਾਂ ਨੇ ਮਨਰਾਜ ਪਾਤਰ ਨੂੰ ਤੇ ਸਾਰੀ ਕਲਾਸ ਨੂੰ ਕੰਮ ਦਿੱਤਾ ਕਿ ਆ ਜੋ ਸੁਰਜੀਤ ਪਾਤਰ ਜੀ ਹਨ ਇਹ ਬਹੁਤ ਵਧੀਆ ਪੋਇਟ ਹਨ। ਉਹਨਾਂ ਨੂੰ ਨਹੀਂ ਪਤਾ ਸੀ ਕਿ ਮਨਰਾਜ ਪਾਤਰ ਉਹਨਾਂ ਦਾ ਬੇਟਾ ਉੱਥੇ ਬੈਠਾ। ਇਹ ਪੋਇਮ ਹੈ, ਤੁਸੀਂ ਸਾਰਿਆਂ ਨੇ ਪਹਿਲਾਂ ਆਪਣੇ ਆਪ ਕੋਸ਼ਿਸ਼ ਕਰਕੇ ਇਹਦੀ ਵਿਆਖਿਆ ਕਰਕੇ ਲੈ ਕੇ ਆਣੀ ਹੈ ਘਰੋਂ, ਤੇ ਫਿਰ ਆਪਾਂ ਇਹਨੂੰ ਡਿਸਕਸ ਕਰਾਂਗੇ।
ਹੋਮਵਰਕ ਮਿਲ ਗਿਆ। ਮਨਰਾਜ ਪਾਤਰ ਖੁਸ਼ ਹੋ ਗਿਆ, ਚਲੋ ਠੀਕ ਹੈ ਮੈਂ ਤਾਂ ਆਪਣੇ ਪਾਪਾ ਕੋਲ ਜਾ ਕੇ ਇਹਦੀ ਵਿਆਖਿਆ ਕਰ ਲਾਂਗਾ। ਹੁਣ ਮਨਰਾਜ ਪਾਤਰ ਆਪਣੇ ਪਾਪਾ ਦੀ ਹੀ ਪੋਇਮ ਲੈ ਕੇ ਆਪਣੇ ਪਾਪਾ ਕੋਲ ਚਲਾ ਗਿਆ ਕਿ ਪਾਪਾ ਮੈਨੂੰ ਇਹੀ ਹੋਮਵਰਕ ਮਿਲਿਆ ਕਿ ਤੁਸੀਂ ਇਹਦੀ ਵਿਆਖਿਆ ਕਰ ਦਿਓ। ਪਾਪਾ ਨੇ ਜਿੱਦਾਂ ਉਹਨਾਂ ਦੇ ਦਿਮਾਗ 'ਚ ਉਹਦੀ ਵਿਆਖਿਆ ਕਰਕੇ ਭੇਜ ਦਿੱਤੀ। ਤੇ ਜਦੋਂ ਮਨਰਾਜ ਪਾਤਰ ਉਹ ਨੋਟਬੁੱਕ ਚੈੱਕ ਕਰਾਉਣ ਲਈ ਆਪਣੇ ਮੈਡਮ ਕੋਲ ਲੈ ਕੇ ਗਿਆ ਤੇ ਮੈਡਮ ਨੇ ਉੱਥੇ ਕਾਟਾ ਲਗਾਤਾ, ਕਹਿੰਦੇ ਤਾਂ ਬਿਲਕੁਲ ਵਿਆਖਿਆ ਗਲਤ ਕੀਤੀ ਹੈ ਕਿ ਜਿੱਦਾਂ ਦੀ ਗਾਈਡ ਵਿੱਚ ਲਿਖੀ ਹੈ ਨਾ ਤੂੰ ਉਦਾਂ ਦੀ ਕਰ। ਤੇ ਮਨਰਾਜ ਪਾਤਰ ਕਹਿੰਦਾ ਮੈਡਮ ਇਹ ਮੇਰੇ ਪਾਪਾ ਨੇ ਕੀਤੀ ਆ। ਤੇ ਮੈਡਮ ਕਹਿੰਦੇ ਤੇਰੇ ਪਾਪਾ ਨੂੰ ਗਾਈਡ ਤੋਂ ਜ਼ਿਆਦਾ ਪਤਾ, ਤੂੰ ਤਾਂ ਗਾਈਡ ਵਾਲੀ ਕਰ। ਫਿਰ ਦੂਜੇ ਜਦੋਂ ਬੱਚਿਆਂ ਨੇ ਕਿਹਾ ਕਿ ਮੈਡਮ ਇਹ ਮਨਰਾਜ ਪਾਤਰ ਹੈ, ਇਹਦੇ ਡੈਡੀ ਦਾ ਨਾਮ ਸੁਰਜੀਤ ਪਾਤਰ ਹੈ, ਉਹਨਾਂ ਨੇ ਆਪ ਵਿਆਖਿਆ ਕਰਕੇ ਭੇਜੀ। ਤੇ ਮੈਡਮ ਨੂੰ ਬੜੀ ਸ਼ਰਮ ਆਈ, ਕਹਿੰਦੇ ਅੱਛਾ, ਕਹਿੰਦੇ ਏਦਾਂ ਕਰੋ ਕਿ ਗਾਈਡ ਵਾਲੀ ਛੱਡ ਦਿਓ, ਇਹ ਵਾਲੀ ਜੋ ਉਹਨਾਂ ਨੇ ਕਰਕੇ ਭੇਜੀ ਨੇ ਸਾਰੇ ਫਾਈਨਲ ਨੋਟ ਕਰ ਲਓ। ਸੋ ਇਹਦੀ ਤੁਹਾਨੂੰ ਵਿਆਖਿਆ ਅਲੱਗ-ਅਲੱਗ ਟੀਚਰਸ ਵੱਲੋਂ YouTube ਤੇ ਅਲੱਗ-ਅਲੱਗ ਤਰ੍ਹਾਂ ਨਾਲ ਮਿਲੇਗੀ, ਸਾਰੀਆਂ ਠੀਕ ਨੇ ਜਿਸ ਤਰ੍ਹਾਂ ਕੋਈ ਕਰਦਾ। ਸੋ ਤੁਸੀਂ ਜਿਹੜਾ ਆਪਣੇ ਹਿਸਾਬ ਨਾਲ ਵੀ ਇਹਨੂੰ ਕਰ ਸਕਦੇ ਹੋ, ਪਰ ਮੇਨ ਗੱਲ ਹੈ ਕਿ ਰੇਨ ਦੀ ਬਿਊਟੀ ਨੂੰ ਇਸ ਕਵੀ ਨੇ ਬਹੁਤ ਅੱਛੇ ਤਰੀਕੇ ਨਾਲ ਬਿਊਟੀਫਾਈ ਕੀਤਾ ਹੈ। ਓਕੇ ਸਟੂਡੈਂਟ, ਲੈਟਸ come to the activity second. Pick up words from the text that match the rhyme of the following words. ਹੁਣ ਆਪਾਂ ਜੋ ਪੋਇਮ ਪੜ੍ਹੀ ਹੈ ਉਹਦੇ ਵਿੱਚੋਂ ਹੀ words ਪਿਕ ਕਰਨੇ ਹਨ ਰਾਈਮਿੰਗ ਸੈਂਸ ਬਣਾਉਣ, ਠੀਕ। ਸੋ ਰੇਨ ਦੇ ਨਾਲ ਕੀ ਬਣੇਗਾ? lane, heat, street, roofs, hoofs, out, spout, lane, rain, pause, roars, wide, tide. Activity third, question answer. Why does the poet say that the rain is beautiful? Poet ਅਜਿਹਾ ਕਿਉਂ ਕਹਿੰਦਾ ਹੈ ਕਿ rain beautiful ਹੈ? ਸੋ ਦਾ ਜਵਾਬ ਅਸੀਂ ਲਿਖਾਂਗੇ The poet says the rain is beautiful because it comes after the dust and heat. Second, which are places where the rain falls? ਕਿਹੜੀਆਂ ਜਗ੍ਹਾਵਾਂ ਤੇ ਰੇਨ ਜਿਹੜੀ ਹੈ ਪੈਂਦੀ ਹੈ? Rain falls in the broad and fiery street and in the narrow lane. Third, why does the poet repeat the first line? Poet पहली लाइन ਨੂੰ क्यों repeat करता है? The poet repeats the first line because it is the theme of the poem. Theme ਹੁੰਦਾ ਸਾਰ, ਠੀਕ ਹੈ, ਕੇਂਦਰੀ ਭਾਵ। Fourth, what gushes and struggles out? ਕਿਹੜੀ ਚੀਜ਼ ਹੈ ਜਿਹੜੀ ਬਹੁਤ ਤੇਜ਼ ਪੈਂਦੀ ਹੈ ਤੇ ਜਿਹਨੂੰ ਸਟਰਗਲ ਕਰਨੀ ਪੈਂਦੀ ਹੈ? ਕੀ ਜਵਾਬ ਹੋਏਗਾ ਦਾ? Rain. Okay, rain water. Rain water gushes and struggles out to flow through the spout. Fifth, why is the rain like a tramp of hoofs? बारिश घोड़े दियां टापां वर्गी क्यों है? The rain is like the tramp of hoofs because it sounds like that. के आवाज उदां दी करदी है। Okay. Activity 4. Read the words in the following table and do as directed. Words ਪੜੋ ਤੇ ਜਿੱਦਾਂ ਕਿਹਾ ਗਿਆ ਉਦਾਂ ਕਰੋ। ਸੋ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਜਿਹੜੇ words ਇਹਨਾਂ ਨੇ ਦਿੱਤੇ ਉਹਨਾਂ ਦਾ ਆਪਾਂ ਕਰਨਾ ਕੀ ਹੈ। ਸੋ ਪਹਿਲੇ ਕਾਲਮ ਵਿੱਚ ਕਹਿੰਦਾ ਹੈ ਕਿ I know the word, write the meaning, ਕਿ ਮੈਨੂੰ ਇਸ word ਬਾਰੇ ਪਤਾ ਹੈ, ਮੈਂ ਇਹਦਾ meaning ਲਿਖਦਾ ਪਿਆ। ਦੂਸਰਾ ਕੀ ਹੈ? I don't know, ਮੈਨੂੰ ਇਸ word ਬਾਰੇ ਨਹੀਂ ਪਤਾ, put a cross, ਤੇ ਜੇ ਨਹੀਂ ਪਤਾ ਤੇ cross ਦਾ ਨਿਸ਼ਾਨ ਲਗਾ ਦਿਓ। Give yourself 1 mark if you know the meaning. ਸੋ ਆਪਣੇ ਆਪ ਨੂੰ 1 ਮਾਰਕ ਦੇ ਦੇਣਾ ਜੇ ਤੁਹਾਨੂੰ ਇਹਦਾ ਮੀਨਿੰਗ ਪਤਾ ਹੈ। ਓਕੇ, ਹੁਣ ਅਸੀਂ ਕੀ ਕਰੀਏ? ਚਲੋ ਹੁਣ ਅਸੀਂ ਮਿਡਵੇ ਅਪਰੋਚ ਕਰਦੇ ਹਾਂ। ਮੈਂ ਪਹਿਲਾਂ ਤੁਹਾਡੇ ਕੋਲ ਪੁੱਛਦਾ, ਜੇ ਮੇਰਾ ਮੀਨਿੰਗ ਤੇ ਤੁਹਾਡਾ ਮੀਨਿੰਗ ਸੇਮ ਹੋਇਆ ਤੇ ਤੁਸੀਂ 1 ਨੰਬਰ ਲੈ ਲਿਓ, ਤੇ ਜੇ ਅਲੱਗ-ਅਲੱਗ ਹੋਇਆ ਤੇ ਫਿਰ ਉਹ ਨੰਬਰ ਤੁਹਾਨੂੰ ਨਹੀਂ ਮਿਲੇਗਾ। ਓਕੇ, ਸਟਾਰਟ ਕਰਦੇ ਹਾਂ। ਬਿਊਟੀਫੁਲ, ਸੁੰਦਰ। ਓਕੇ, ਡਸਟ, ਧੂੜ, ਫਾਇਰੀ, तेज, तिखी, धुप, ठीक है, या तेज गर्मी, स्ट्रीट, गली, लेन, कूचा, क्लैटर्स, टिप टिप दी आवाज, ट्रैम्प ऑफ हूप्स।
ਚਲੋ ਹੁਣ ਆਪਾਂ ਲਿਸਨਿੰਗ ਪ੍ਰੈਕਟਿਸ ਕਰਦੇ ਹਾਂ। ਦ ਟੀਚਰ ਵਿਲ ਰੀਡ ਦ ਫੋਲੋਇੰਗ ਪੈਸੇਜ ਵਾਂਸ, ਸਟੂਡੈਂਟਸ ਮਸਟ ਕੰਪਲੀਟ ਦ ਫੋਲੋਇੰਗ ਬਲੈਂਕਸ। ਰੇਨ ਫਾਲਸ, ਓਕੇ, ਰੇਨ ਫਾਲਸ ਐਜ਼ ਅ ਸਾਈ ਆਫ ਰਿਲੀਫ, ਕਿ ਇੱਕ ਬਹੁਤ ਵੱਡੀ ਰਿਲੀਫ ਵਾਂਗ ਇਹ ਪੈਂਦੀ ਹੈ। ਸਾਈ ਆਫ ਰਿਲੀਫ ਹੁੰਦਾ ਸੁੱਖ ਦਾ ਸਾਹ। ਤੇ ਆਰਾਮ ਕਦੋਂ ਮਿਲਦਾ? ਆਫਟਰ ਹੀਟ ਐਂਡ ਡਸਟ ਆਫ ਦ ਡੇ, ਕਿ ਉਸ ਦਿਨ ਦੀ ਹੀਟ ਅਤੇ ਡਸਟ ਤੋਂ ਬਾਅਦ ਇਹ ਰੇਨ ਪੈਂਦੀ ਹੈ। ਰੇਨ ਇਜ਼ ਅ ਵੰਡਰਫੁਲ ਗਿਫਟ ਆਫ ਨੇਚਰ ਟੂ all the people. If there is no rain, crops will not grow. All vegetation will wither and droop. We cannot dash of life. Dash of life ਦੀ ਜਗ੍ਹਾ ਤੇ ਤੁਸੀਂ think of life ਲਿਖ ਸਕਦੇ ਹੋ, ਵੀ ਅਸੀਂ ਸੋਚ ਵੀ ਨਹੀਂ ਸਕਦੇ ਉਸ ਲਾਈਫ ਬਾਰੇ। We cannot dream of life, ਅਸੀਂ ਜ਼ਿੰਦਗੀ ਬਾਰੇ ਸੁਪਨਾ ਵੀ ਨਹੀਂ ਲੈ ਸਕਦੇ, ਕਿ ਕੁਝ ਵੀ ਲਿਖ ਸਕਦੇ ਹੋ। We cannot think of life in this world, ਇਸ ਦੁਨੀਆ ਵਿੱਚ, without rain, ਅਸੀਂ ਇਸ ਦੁਨੀਆ ਵਿੱਚ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ। Okay, activity 6, think, pair, share। ਸੋ ਇਹ pair activity ਹੈ, ਤੁਸੀਂ ਇਹਦੇ ਵਿੱਚ pair ਬਣਾ ਕੇ activity ਕਰ ਸਕਦੇ ਹੋ। ਕਰਨਾ ਕੀ ਹੈ ਕਿ you may take notes of what your partner says, just write points। ਕਿ ਤੁਸੀਂ ਇਹ ਕੁਐਸਚਨ ਜਿਹੜੇ ਨੇ ਆਪਣੇ ਪਾਰਟਨਰ ਕੋ ਪੁੱਛਣੇ ਨੇ ਤੇ ਉਹਦੇ ਨੋਟਸ ਬਣਾਉਣੇ ਨੇ ਕਿ ਉਹ ਕੀ ਕਹਿੰਦਾ। ਸਭ ਤੋਂ ਪਹਿਲਾਂ ਉਹ ਕੀ ਪੁੱਛੋਗੇ? ਡੂ ਯੂ ਲਾਈਕ ਦ ਰੇਨ? ਫਿਰ ਉਹਦੇ ਨੋਟਸ ਬਣਾਓਗੇ ਕਿ ਉਹਨੇ ਕੀ ਕਿਹਾ। ਫਿਰ ਨਾਲ ਹੀ ਪੁੱਛੋ ਵਾਈ ਡੂ ਯੂ ਲਾਈਕ ਦ ਰੇਨਸ, ਕਿਉਂ ਤੈਨੂੰ ਪਸੰਦ ਆ ਰੇਨਸ। ਤੇ ਜੋ ਕਹਿੰਦਾ ਮੈਨੂੰ ਨਹੀਂ ਪਸੰਦ, ਵਾਈ ਡੋਂਟ ਯੂ ਲਾਈਕ ਦ ਰੇਨਸ, ਓਕੇ, ਸੋ ਵਾਈ ਨੋਟ। ਟੈਲ ਯੂਰ ਪਾਰਟਨਰ ਅਬਾਊਟ ਇਟ। ਫਿਰ ਜਦੋਂ ਤੁਸੀਂ ਨੋਟ ਬਣਾ ਲਏ, ਸੋ ਇਹਨਾਂ ਚੀਜ਼ਾਂ ਬਾਰੇ ਤੁਸੀਂ ਆਪਣੇ ਪਾਰਟਨਰ ਨੂੰ ਦੱਸਣਾ ਹੈ। ਸੈਕਿੰਡ, ਵਾਈ ਇਜ਼ ਦ ਰੇਨ ਲਾਈਕ ਟ੍ਰੈਂਪ ਆਫ ਹੂਵਸ, ਡਿਸਕਸ ਵਿਦ ਯੂਰ ਪਾਰਟਨਰ। ਸੋ ਇੱਕ ਚੀਜ਼ ਹੋਰ ਤੁਸੀਂ ਆਪਣੇ ਪਾਰਟਨਰ ਨਾਲ ਡਿਸਕਸ ਕਰ ਸਕਦੇ ਹੋ ਕਿ ਰੇਨ ਨੂੰ ਪੋਇਟ ਨੇ ਟ੍ਰੈਂਪ ਆਫ ਹੂਵਸ ਕਿਉਂ ਕਿਹਾ ਹੈ, ਕਿ ਰੇਨ ਦਾ ਕੰਪੈਰੀਜ਼ਨ ਘੋੜੇ ਦੀਆਂ ਟਾਪਾਂ ਦੀ ਸਾਊਂਡ ਦੇ ਨਾਲ ਕਿਉਂ ਕੀਤਾ ਹੈ। ਤੁਸੀਂ ਇਹ ਉਹਨਾਂ ਡਿਸਕਸ ਕਰ ਸਕਦੇ ਹੋ। ਓਕੇ, ਐਕਟੀਵਿਟੀ 7, what words would you use to describe the rain? Make a list. ਸੋ ਮੰਨ ਲਓ ਮੈਂ ਤੁਹਾਨੂੰ ਕਹਾਂ ਕਿ ਰੇਨ ਦੇ ਲਈ ਇੱਕ ਪੈਰਾਗ੍ਰਾਫ ਲਿਖੋ, ਤਾਂ ਇਹੋ ਜਿਹੇ ਕਿਹੜੇ ਕਿਹੜੇ ਵਰਡਸ ਹਨ ਜਿਹੜੇ ਤੁਸੀਂ ਰੇਨ ਦੇ ਨਾਲ ਰਿਲੇਟ ਕਰਕੇ ਜੋੜ ਕੇ ਉਹਦੇ ਵਿੱਚ ਲਿਖੋਗੇ। ਸੋ ਉਹ ਵਾਲੇ ਵਰਡਸ ਸਿਰਫ ਵਰਡਸ ਹੀ ਤੁਸੀਂ ਇੱਥੇ ਲਿਖਣੇ ਹਨ। ਕਿਹੜੇ ਕਿਹੜੇ ਵਰਡਸ ਹੋ ਸਕਦੇ ਨੇ? ਸੋ ਪਹਿਲਾ ਤਾਂ ਹੋ ਗਿਆ ਵਾਟਰ, ਡ੍ਰਿਜ਼ਲਿੰਗ, ਟੋਰੈਂਟ, TORRENT, ਟੋਰੈਂਟ ਵੀ ਹੁੰਦਾ ਕਿ ਜ਼ਿਆਦਾ ਬਾਰਿਸ਼, ਓਕੇ, rainfall, thunder, clouds, hailstorms, cool breeze, ठंडी हवा, pleasant environment, okay, so ਕਿੰਨੀਆਂ ਚੀਜ਼ਾਂ, greenery, flood, so ਇਹੋ ਜਿਹੇ ਸਾਰੇ ਤੁਸੀਂ ਇਹ ਰੇਨ ਦੇ ਨਾਲ ਜੋੜ ਸਕਦੇ ਹੋ। ਓਕੇ, ਨੈਕਸਟ ਐਕਟੀਵਿਟੀ ਲਰਨਿੰਗ ਲੈਂਗੁਏਜ, ਪੰਕਚੁਏਸ਼ਨ। ਹੁਣ ਆਪਾਂ ਇਹ 'ਚ ਪੰਕਚੁਏਸ਼ਨ ਮਾਰਕਸ ਦੇਖਾਂਗੇ ਕਿ ਕਿੱਦਾਂ ਲਗਾਉਣੇ ਹਨ। ਪੰਕਚੁਏਸ਼ਨ ਮਾਰਕਸ ਕਿਹੜੇ ਹੁੰਦੇ ਨੇ? ਵਿਸਰਾਮ ਚਿੰਨ। ਓਕੇ, ਸੋ ਪੇਪਰ 'ਚ ਜਦੋਂ ਤੁਹਾਨੂੰ ਆਇਆ ਕਿ ਪੰਕਚੁਏਸ਼ਨ ਮਾਰਕ ਕਰੋ ਤੇ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ। ਸੋ ਸਭ ਤੋਂ ਪਹਿਲਾਂ ਕੈਪੀਟਲ ਲੈਟਰਸ, ਕਿ ਵੱਡੇ ਅੱਖਰ ਪਾਣੇ ਨੇ। ਕਿਹੜੇ ਵੱਡੇ ਅੱਖਰ ਪਾਓਗੇ? ਇੱਕ ਤਾਂ ਉਸ ਲਾਈਨ ਦਾ ਪਹਿਲਾ ਅੱਖਰ ਵੱਡਾ ਹੋਣਾ ਚਾਹੀਦਾ ਹੈ। ਓਕੇ, ਦੂਸਰਾ ਜੇ ਕਿਸੇ ਦਾ ਨਾਮ ਆਇਆ ਤੇ ਉਸ ਨਾਮ ਦਾ ਪਹਿਲਾ ਅੱਖਰ ਵੱਡਾ ਹੋਏਗਾ। ਓਕੇ, ਸੈਕਿੰਡ ਕੀ ਹੈ? ਫੁੱਲ ਸਟਾਪ। ਹਰ ਲਾਈਨ ਦੇ ਖਤਮ ਹੋਣ ਤੋਂ ਬਾਅਦ ਫੁੱਲ ਸਟਾਪ ਆਣਾ, ਕੋਮਾ। ਜਿੱਥੇ ਆਪਾਂ ਪੌਜ਼ ਲੈਂਦੇ ਆ, ਰੁਕਦੇ ਆ ਗੱਲ ਕਰਨ ਤੇ, ਉੱਥੇ ਕੋਮਾ ਪਾਣਾ। ਕੁਐਸਚਨ ਮਾਰਕ, ਜੇ ਕਿਸੇ ਗੱਲ ਵਿੱਚ ਅਸੀਂ ਕੁਐਸਚਨ ਪੁੱਛ ਲਿਆ ਤੇ ਉਸ ਲਾਈਨ ਦੇ ਆਖਿਰ ਵਿੱਚ ਕੀ ਪਾਵਾਂਗੇ? ਕੁਐਸਚਨ ਮਾਰਕ। ਐਕਸਕਲੇਮੇਸ਼ਨ ਮਾਰਕ, ਜਦੋਂ ਅਸੀਂ ਕਿਸੇ ਵੀ ਗੱਲ ਵਿੱਚ ਆਪਣੇ ਦਿਲ ਦਾ ਕੋਈ ਹਾਵ ਭਾਵ ਪ੍ਰਗਟ ਕਰੀਏ, ਚਾਹੇ ਉਹ ਖੁਸ਼ੀ ਵਾਲਾ ਹੋਵੇ, ਗਮੀ ਵਾਲਾ ਹੋਵੇ, ਦੁੱਖ ਵਾਲਾ, ਬਹੁਤ ਜ਼ਿਆਦਾ ਐਕਸਾਈਟਮੈਂਟ ਵਾਲਾ ਹੋਵੇ, ਤਾਂ ਉਹ ਹਾਵ ਭਾਵ ਜਦੋਂ ਪ੍ਰਗਟ ਕਰਾਂਗੇ ਤੇ ਅਸੀਂ ਉਸ ਲਾਈਨ ਦੇ ਮਗਰ ਕੀ ਲਗਾਵਾਂਗੇ? ਸਾਈਨ ਆਫ ਐਕਸਕਲੇਮੇਸ਼ਨ ਮਾਰਕ। ਓਕੇ, ਸੋ ਆਓ ਆਪਾਂ ਇਹਨੂੰ ਡਿਟੇਲ 'ਚ ਦੇਖਦੇ ਹਾਂ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਅਸੀਂ ਕੈਪੀਟਲਸ ਦਾ ਅਲੱਗ-ਅਲੱਗ ਇਸਤੇਮਾਲ ਕਿੱਦਾਂ ਕਰਦੇ ਹਾਂ। ਫਰਸਟ ਐਗਜ਼ਾਮਪਲ, she was late for the film, he came back soon। okay, so ਇਹਨਾਂ ਦੋਨਾਂ 'ਚ ਕੀ ਦੇਖਿਆ ਕਿ ਪਹਿਲਾ ਅੱਖਰ ਵੱਡਾ ਆਏਗਾ। ਸੈਕੰਡ ਰੂਲ, the word I and the people's name। ਇੱਕ ਹੋਰ ਕਿਹੜਾ ਵੱਡਾ ਅੱਖਰ ਹਰ ਵੇਲੇ ਆਏਗਾ? ਜਦੋਂ ਤੁਸੀਂ I ਲਿਖਣਾ, ਮੈਂ, ਤੇ ਜਾਂ ਜਦੋਂ ਕਿਸੇ ਵਿਅਕਤੀ ਦਾ ਨਾਮ ਲਿਖਣਾ, ਉਦੋਂ ਉਹਨਾਂ ਦਾ ਪਹਿਲਾ ਅੱਖਰ ਵੱਡਾ ਆਏਗਾ। ਐਗਜ਼ਾਮਪਲ ਕੀ ਨੇ? ਰਾਧਿਕਾ likes to drive slow but I like to drive fast।
राधिका स्लो ड्राइव करना पसंद करती है, मैं बहुत तेज पसंद करता, ठीक है। सो आई चाहे विच आया पर आई है इस करके बड़ा। शीना लाइक्स एप्पल्स, सो शीना एक प्रॉपर नाउन है, एस ओदा बड़ा आएगा। थर्ड की रूल है द नेम्स ऑफ प्लेसेस, इंस्टीट्यूशंस एंड लैंग्वेजेस। किसी प्लेस का नाम होवे, किसी संस्था का नाम होवे, किसी भाषा का नाम होवे, इन्हां सारियां दे पहले अखर किहड़े आउणगे? वड्डे, कैपिटल। एग्जांपल्स की है आई स्टडीड इन केंद्रीय विद्यालय अमृतसर, सो के वड्डा, बी ते ए। सेकंड की है मोस्ट पीपल इन द वर्ल्ड स्पीक स्पेनिश लैंग्वेज, हुण इत्थे लैंग्वेज दी गल सी, इस करके एस किया है वड्डा। फोर्थ रूल की बनया प्रोडक्ट नेम, किसी कंपनी का कोई प्रोडक्ट है ओदा भी नाम लिखना है तो भी उसका फर्स्ट लेटर बड़ा आएगा, कैपिटल आएगा। एग्जांपल फर्स्ट आई यूज लक्स सोप, एल बड़ा। बी माय सैमसंग फोन वाज स्टोलन, मेरा सैमसंग फोन चोरी हो गया। सी सैमसंग है इस करके एस कैपिटल आएगा। फिफ्थ कैलेंडर आइटम्स, कैलेंडर आइटम्स कोई भी होन, कोई दिन त्योहार होवे ਉਹਨਾਂ ਦੇ ਵੀ ਪਹਿਲੇ ਅੱਖਰ ਵੱਡੇ ਆਣਗੇ। ਕਿਦਾਂ? I sent my friend a Diwali card, मैं अपने फ्रेंड ਨੂੰ ਦੀਵਾਲੀ ਕਾਰਡ ਦਿੱਤਾ, ਡੀ ਵੱਡਾ। while ਜਦ ਕਿ she sent me a Christmas card, ਉਸਨੇ ਮੈਨੂੰ ਕ੍ਰਿਸਮਸ ਕਾਰਡ ਭੇਜਿਆ, ਸੀ ਵੱਡਾ। ਓਕੇ, ਇਸੇ ਤਰ੍ਹਾਂ ਅਸੀਂ ਅੱਗੇ ਦੇਖਦੇ ਹਾਂ। ਸੰਜੇ does not like going to office on Monday, M ਵੱਡਾ। my birthday falls in March, okay, सो ये सारी जो कैलेंडर आइटम्स है उन्हों का पहला अखर कैपिटल होएगा। However, the names of seasons are not written with a capital। हाँ, इत्थे किसी भी सीजन के नाम का पहला अखर बड़ा नहीं आएगा। Like cricket, baseball is played in summer, summer है तो एस छोटा आएगा। सिक्स्थ की है जे किसी का कोई टाइटल होवे, नाम होवे तो उदा पहला अखर बड़ा होएगा, जिदा डॉक्टर टाइटल है ना, डी बड़ा। अग्रवाल, ए बड़ा। My favorite book is 5 Run Away Together, कि if book ਦਾ ਨਾਮ ਹੈ ਉਹਦਾ ਨਾਮ ਕੀ ਹੈ? 5 Run Away Together। ਸਾਰਿਆਂ ਦੇ ਪਹਿਲੇ ਅੱਖਰ ਵੱਡੇ। ਤੁਸੀਂ ਆਪਣੀ ਬੁੱਕ ਵੀ ਦੇਖੋਗੇ, ਉਹਦੇ ਵਿੱਚ ਵੀ ਜੋ ਟਾਈਟਲ ਹੋਏਗਾ ਉਸਦੇ ਫਰਸਟ ਲੈਟਰ ਸਾਰੇ ਕੈਪੀਟਲ ਹੋਣਗੇ। by Enid Blyton, Enid E ਵੱਡਾ, Blyton E ਵੱਡਾ। Activity 5 ਹੁਣ ਆਪਾਂ ਇਹਨਾਂ ਵਿੱਚ ਕੈਪੀਟਲ ਲੈਟਰਸ ਆਪ ਪੜਾਂਗੇ। ਓਕੇ, सो इत्थे मैं नाल तुहानू दस्सियां केड़ा लेटर कैपिटल आएगा। सो फर्स्ट शी इज अ गुड सिंगर, शी एस कैपिटल। सेकंड आर यू अ गुड सिंगर, आर ए कैपिटल। थर्ड डज प्रतिमा लिव इन मुंबई, डज डी बटा, प्रतिमा पी बटा, मुंबई एम बटा। फोर्थ सौरभ लिव्स इन दिल्ली बट आई लिव इन चंडीगढ़, सौरभ एस कैपिटल। Delhi, D capital, I capital, Chandigarh, C capital. Fifth, I went to the library to borrow books written by Premchand, I capital, Premchand, P capital. Sixth, do you have a Samsung phone? D capital, Samsung, S capital. Seventh, why is February 29th important? Why, W bata, February, F capital. Okay. Eighth, Albert Einstein was a famous scientist, Albert A capital, Einstein E capital. Ninth, Jagdish Chandra Bose was an Indian scientist, Jagdish J capital, Chandra C capital, Bose B capital. Indian. 10th, I will buy Sony television from Delhi, I capital, Sony S capital, Delhi D capital. Activity 6, look at the following sentences carefully and do as directed। ਹੇਠਾਂ ਦਿੱਤੇ ਸੈਂਟੈਂਸ ਨੂੰ ਧਿਆਨ ਨਾਲ ਦੇਖੋ ਤੇ ਜਿੱਦਾਂ ਕਰਨ ਨੂੰ ਕਿਹਾ ਗਿਆ ਹੈ ਉਦਾਂ ਕਰੋ। ਪਹਿਲਾਂ ਪੜ੍ਹਦੇ ਹਾਂ। ਰਾਮ plays like ਧੋਨੀ, ਰਾਮ ਧੋਨੀ ਦੀ ਤਰ੍ਹਾਂ ਖੇਡਦਾ ਹੈ। ਰਾਮ runs like a horse, ਰਾਮ horse ਵਾਂਗ ਭੱਜਦਾ ਹੈ। ਰਾਮ eats like a sparrow, ਰਾਮ ਤਾਂ ਚਿੜੀਆਂ ਵਾਂਗ ਖਾਂਦਾ ਹੈ। राम बैट्स लाइक तेंदुलकर, राम तेंदुलकर वांग बैटिंग करता है। राम लुक्स लाइक हिज फादर, राम अपने पिता वांग दिखता है। व्हाट इज कॉमन इन दिस सेंटेंस? इन सेंटेंसेस की कॉमन है राम, दूसरा की लाइक। ओके, राम इज लाइक धोनी, हॉर्स, स्पैरो, तेंदुलकर, हिज फादर।
The qualities of these people are there in Ram. कि इन्हां सारियां दी qualities किदे विच ने? राम विच ने. So like is used to compare two different people and things. So like उदों वरतिया जांदा जदों किसे दो बंदियां नूं compare करना होवे. Okay? In this poem also like is used in a similar way. ਤੇ इस poem विच भी like इसे तरीके नाल वरतिया गया है. Examples देखते हैं. Like the tramp of hooves. कि ये बारिश इदां पै रही है जिद्दां घोड़े दियां टापां. Like a river down the gutter goes. कि जिद्दां पानी दी रिवर किसी गटर दे विच जदों पैंदी है ते किस तरह रोर साउंड आती है. Okay? So read the sentences given below and underline the two things that have the same quality. Also encircle the quality. For example, so ਹੇਠਾਂ ਲਿਖੇ ਵਾਕਾਂ ਵਿੱਚ ਦੋ ਬੰਦਿਆਂ ਵਿੱਚ ਜਿਹੜੀ ਸਾਂਝੀ ਕੁਆਲਿਟੀ ਹੈ ਤੁਸੀਂ ਉਸ ਨੂੰ ਕੀ ਕਰਨਾ ਹੈ? ਐਨਸਰਕਲ ਕਰਨਾ ਹੈ. ਪਹਿਲਾਂ ਕੀਤਾ ਹੋਇਆ. ਸੋ ਨੀਚੇ ਦੋ ਐਗਜ਼ਾਮਪਲਸ ਦਿੱਤੀਆਂ, ਪਹਿਲਾਂ ਉਹ ਦੇਖ ਲੈਂਦੇ ਆ. ਊਸ਼ਾ ਰਨਸ. ਊਸ਼ਾ ਭੱਜਦੀ ਹੈ. ਕਿਹਦੇ ਵਾਂਗ ਭੱਜਦੀ ਹੈ? ਲਾਈਕ ਅ ਹੋਰਸ. ਯਾਨੀ ਹੋਰਸ ਜਿੱਦਾਂ ਭੱਜਦਾ ਉਦਾਂ ਹੀ ਊਸ਼ਾ ਭੱਜਦੀ ਹੈ. ਸੋ ਦੋਨਾਂ ਦੀ ਕੁਆਲਿਟੀ ਸੇਮ ਕਿਹੜੀ ਹੋਈ? ਭੱਜਣ ਦੀ. ਰਨਸ ਆਪਾਂ ਐਨਸਰਕਲ ਕਰ ਲਿਆ. ਦ ਗਰਲ ਸਿੰਗਸ. ਗਰਲ ਗਾਉਂਦੀ ਹੈ. ਲਾਈਕ ਅ ਨਾਈਟਿੰਗੇਲ. ਕਿ ਨਾਈਟਿੰਗੇਲ ਵਾਂਗ ਗਾਉਂਦੀ ਹੈ ਯਾਨੀ ਕੋਇਲ ਵਾਂਗ. ਓਕੇ, ਸੋ ਦੋਨਾਂ ਦੀ ਕੁਆਲਿਟੀ ਕੀ ਹੋਗੀ? ਸਿੰਗਸ. ਬਸ ਤਾਂ ਸਿੰਪਲ ਹੈ. ਫਰਸਟ, ਰੁਸਤਮ ਵਾਸ ਸਟਰੋਂਗ. like a lion, strong. Sundar was greedy like a pig, greedy. Meena ate like a sparrow, okay, ate aa gaya, khandi hai. The blood came out of the wound like water. कि खून पानी वांग जख्म चो बाहर आया. की क्वालिटी आई? बाहर आने दी, कि came out. Fifth, Nisha climbed the tree like a monkey. So quality की आई? Climbed. So thank you very much. ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਤੇ ਤੁਸੀਂ ਸਾਰੇ ਇਸ ਪੋਇਮ ਨੂੰ ਖੂਬ ਇੰਜੋਏ ਕੀਤਾ ਹੋਵੇਗਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ. ਸੋ ਮਿਲਦੇ ਹਾਂ ਇਸੇ ਤਰ੍ਹਾਂ ਦੀ ਅਗਲੀ ਮਜ਼ੇਦਾਰ ਵੀਡੀਓ ਵਿੱਚ. ਹੋਪ ਤੁਸੀਂ ਉਹਨਾਂ ਨੂੰ ਜ਼ਰੂਰ ਬਹੁਤ ਲਾਈਕ ਕਰੋਗੇ. ਸੋ ਥੈਂਕ ਯੂ ਵੈਰੀ ਮਚ. ਆਈ ਪਰਮਜੋਤ ਸਿੰਘ.